ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਤੇ ਇਨਸਾਈਟਸ ਵਿਦ ਵਿਸ਼ਾਲ ਸੂਦ ਦਾ ਪ੍ਰੋਗਰਾਮ ਲੈ ਕੇ ਅਸੀਂ ਫਿਰ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਪੰਜਾਬ ਦੇ ਨਾਲ ਦੇਸ਼ ਦੁਨੀਆ ਦੇ ਅਹਿਮ ਮੁੱਦਿਆਂ ਦੀ, ਤੇ ਉਹ ਜਾਣਕਾਰੀ ਤੁਹਾਡੇ ਲਈ ਕਿਉਂ ਜ਼ਰੂਰੀ ਹੈ ਇਹ ਦੱਸਦੇ ਹਾਂ। ਇੱਕ ਨਵਾਂ ਨਜ਼ਰੀਆ ਲੈ ਕੇ ਸਾਡੇ ਨਾਲ ਫਿਰ ਹਾਜ਼ਰ ਨੇ ਵਿਸ਼ਾਲ ਸੂਦ ਜੀ। ਵੈਲਕਮ ਸਰ। ਥੈਂਕ ਯੂ ਅਮਨ। ਸਰ, ਪੰਜਾਬ ਦੇ ਵਿੱਚ ਵੀ ਕਿੰਨਾ ਕੁਝ ਹੋ ਰਿਹਾ, ਸੰਗਰੂਰ ਇਲੈਕਸ਼ਨ ਵੀ ਆ ਰਹੇ ਹੈ ਤੇ ਨੇਤਾ ਫੜੇ ਵੀ ਜਾ ਰਹੇ ਹੈ ਲਗਾਤਾਰ, ਉਹ ਸੀਰੀਜ਼ ਰੁਕ ਨਹੀਂ ਰਹੀ ਸਰ। ਤੁਹਾਡੇ ਚਿਹਰੇ ਦੀ ਖੁਸ਼ੀ ਦੱਸ ਰਹੀ ਹੈ ਕਿ ਇਹ ਚੰਗੀ ਗੱਲ ਹੈ ਜੀ, ਹੈ ਨਾ। ਜੇ ਕਰਪਟ ਨੇਤਾ ਫੜੇ ਜਾਣਗੇ, ਅਗਲਾ ਬੰਦਾ ਕਰਪਸ਼ਨ ਕਰਨ ਤੋਂ ਪਹਿਲਾਂ 100 ਵਾਰੀ ਸੋਚੇਗਾ। ਹੁਣ ਐਕਸ MLA ਆਪਣੇ ਕਾਂਗਰਸ ਦੇ ਜੋਗਿੰਦਰਪਾਲ ਜੀ, ਉਹਨਾਂ ਦੀ ਅਰੈਸਟ ਹੋਈ ਆ। ਇੱਕ ਇਲੀਗਲ ਮਾਈਨਿੰਗ ਦਾ ਕੇਸ ਬਣਿਆ, ਉਹਦੇ ਵਿੱਚ ਜਿਹੜੀ ਕੰਪਨੀ ਜਿਹੜੀ JCB ਦੀ ਓਨਰ ਸੀ ਉਹਦੇ ਉਹ 50% ਪਾਰਟਨਰ ਸੀ। ਹੁਣ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਕਾਂਗਰਸ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵੜਿੰਗ, ਉਹ ਕਹਿੰਦੇ ਨੇ ਇਹ ਤੇ ਪੋਲੀਟੀਕਲ ਵੈਂਡੇਟਾ। ਦੇਖੋ ਜੀ, ਉਹਨੇ ਨੂੰ ਪੋਲੀਟੀਕਲ ਵੈਂਡੇਟਾ ਕਿਵੇਂ ਕਹੋਗੇ ਜਦੋਂ ਓਨਰਸ਼ਿਪ ਉਸ ਕੰਪਨੀ 'ਚ ਹੈ ਤੇ ਉਹ ਫੜੇ ਗਏ ਨੇ ਇਲੀਗਲ ਮਾਈਨਿੰਗ ਕਰਦੇ। ਤੇ ਕਾਂਗਰਸ ਇਜ਼ ਕ੍ਰਾਈਂਗ ਫਾਊਲ ਐਵਰੀਵੇਅਰ। ਕਾਂਗਰਸ ਪੂਰੇ ਉੱਥੇ ਆਪਣੇ ਉਹਨਾਂ ਦੀ ED ਦੀ ਚੱਲਦੀ ਪਈ ਆ, ਉਹਨਾਂ ਦੇ ਜਿਹੜੇ ਪ੍ਰਧਾਨ ਨੇ ਰਾਹੁਲ ਗਾਂਧੀ ਜੀ, ਤੇ ਉਹਦੇ ਵਿੱਚ ਵੀ ਉਹ ਕਹਿੰਦੇ ਨੇ ਜੀ ਇਹ ਤਾਂ ਪੋਲੀਟੀਕਲ ਵੈਂਡੇਟਾ। ਤੇ ਫਿਰ ਕਰਪਸ਼ਨ ਹੋਈ ਨਹੀਂ, ਇਹਦਾ ਮਤਲਬ ਸਾਡੇ ਦੇਸ਼ 'ਚ, ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਇਮਾਨਦਾਰ ਦੇਸ਼ ਸੀ। ਤੇ ਹਰ ਨੇਤਾ ਜਦੋਂ ਫੜਿਆ ਜਾਂਦਾ ਹੈ ਉਹ ਕਹਿੰਦਾ ਜੀ ਮੈਂ ਤੇ ਮਾਸੂਮ ਹੈਗਾ ਜੀ, ਤੇ ਮੇਰੇ ਤੇ ਬਸ ਪੋਲੀਟੀਕਲ ਵੈਂਡੇਟਾ ਰੰਜਿਸ਼ ਹੈ। ਮੈਨੂੰ ਦੱਸੋ, ਭਗਵੰਤ ਮਾਨ ਜੀ ਦੀ ਹੈ ਨਾ ਕਾਂਗਰਸ ਦੇ ਐਕਸ MLA ਜੋਗਿੰਦਰਪਾਲ ਦੇ ਨਾਲ ਕੀ ਰੰਜਿਸ਼ ਹੈ, ਕੀ ਬੈਕਗਰਾਉਂਡ ਹੈ, ਕੀ ਕਾਮਨ ਹਿਸਟਰੀ ਹੈ ਜੀ, ਵਾਈ ਹੀ ਹੈਜ਼ ਬੀਨ ਆਇਡੈਂਟੀਫਾਈਡ। ਕੀ ਭਗਵੰਤ ਮਾਨ ਜੀ ਉੱਥੇ JCB ਛੱਡ ਕੇ ਆਏ ਜਾਂ ਆਮ ਆਦਮੀ ਪਾਰਟੀ ਉੱਥੇ JCB ਛੱਡ ਕੇ ਆਈ? ਜਦੋਂ ਵੀ ਕੋਈ ਨੇਤਾ ਫੜਿਆ ਜਾਏਗਾ, ਮੰਨ ਕੇ ਚੱਲੋ ਉਹਦੀ ਸਟੈਂਡਰਡ ਹੋਏਗੀ ਮੈਂ ਤੇ ਜੀ ਬੇਕਸੂਰ ਹੈਗਾ ਜੀ, ਠੀਕ ਹੈ, ਤੇ ਮੈਨੂੰ ਤੇ ਫਸਾਇਆ ਜਾ ਰਿਹਾ। ਇਸ ਤੋਂ ਇਲਾਵਾ ਤੁਸੀਂ ਕਦੀ ਕਿਸੇ ਨੇਤਾ ਦੀ ਸਟੇਟਮੈਂਟ ਫੜੇ ਜਾਂਦੇ ਵੇਖੀ? ਬਿਲਕੁਲ ਸਰ। ਲਾਲੂ ਪ੍ਰਸਾਦ ਯਾਦਵ ਜੀ ਦੀ ਵੀ ਕਹਿੰਦੇ ਸੀ ਕਿ ਮੈਨੂੰ ਪੋਲੀਟੀਕਲੀ ਫਸਾਇਆ ਜਾ ਰਿਹਾ, ਕਹਿੰਦੇ ਸੀ ਜੀ। ਉਹ ਜੇਲ੍ਹ ਕੱਟ ਚੁੱਕੇ ਨੇ, ਹਜੇ ਵੀ ਕਹਿੰਦੇ ਪਏ ਨੇ, ਠੀਕ ਹੈ। ਤੇ ਕਿਸੇ ਨੇਤਾ ਨੇ, ਜੇ ਤੁਸੀਂ ਅੱਜ ਤੱਕ ਕੋਈ ਨੇਤਾ ਮੈਨੂੰ ਜਿਨ੍ਹਾਂ ਦੀ ਕਰ ਮੈਂ ਜਿੰਦਾ ਤੇ ਤੁਸੀਂ ਜਿੰਦਾ ਹੋ ਜੀ, ਜੇ ਕਦੀ ਕੋਈ ਨੇਤਾ ਕਹਿ ਦੇਗਾ ਨੇ ਜੀ ਮੇਰੇ ਕੋਲ ਗਲਤੀ ਹੋ ਗਈ ਤੇ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਜੀ, ਠੀਕ ਹੈ ਨਾ, ਉਦੋਂ ਤੋਂ ਆਪਾਂ ਜਰਨਲਿਜ਼ਮ ਛੱਡ ਦਾਂਗੇ। ਇਹ ਤੇ ਹੋਣਾ ਨਹੀਂ ਹੈ। ਹਰ ਕਿਸੇ ਨੇ ਇਹੋ ਹੀ ਕਹਿਣਾ ਕਿ ਬਈ ਮੇਰੇ ਤੋਂ ਇਮਾਨਦਾਰ ਕੋਈ ਨਹੀਂ ਸੀ, ਮੈਂ ਤੇ ਸਾਊ ਬੱਚਾ ਸੀ, ਮੇਰੇ ਤੇ ਇਲਜ਼ਾਮ ਲਾਤੇ, ਮੈਨੂੰ ਫੜਾਤਾ ਤੇ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਹੋ ਕੀ ਰਿਹਾ ਜੀ। ਬਿਲਕੁਲ ਠੀਕ ਹੈ ਨਾ। ਤੇ ਇਹ ਤੇ ਜਿਹੜੀਆਂ ਪਾਰਟੀਆਂ ਉਹਨਾਂ ਦੀਆਂ, ਕਿਉਂਕਿ ਇਲੈਕਸ਼ਨ ਆ ਰਹੇ ਨੇ, ਉਹਨਾਂ ਦੀ ਇਮੇਜ ਤੇ ਹੋਰ ਅਸਰ ਹੋ ਰਿਹਾ ਹੈ। ਮੈਂ ਰਾਜਾ ਵੜਿੰਗ ਜੀ ਨੂੰ ਬਿਲਕੁਲ ਅਸ਼ੋਰੈਂਸ ਦਿੰਦਾ ਕਿ ਜੇ ਇਹ ਜਿਹੜੇ ਫੜੇ ਗਏ ਨੇ, ਇਹਨਾਂ ਦਾ ਉਹਨਾਂ ਦੇ ਸੰਗਰੂਰ ਦੇ ਚੋਣ ਨਤੀਜਿਆਂ ਤੇ ਕਾਂਗਰਸ ਦੀ ਜੋ ਵੀ ਸਿਚੁਏਸ਼ਨ ਹੈ ਉੱਤੇ ਕੋਈ ਅਸਰ ਨਹੀਂ ਹੋਣਾ ਜੀ। ਉਹ ਜਿਆਂ ਦੀ ਤੈਂ ਹੀ ਰਹਿਣੀ ਹੈ। ਹੁਣ ਉਹ ਜੋ ਮਰਜ਼ੀ ਸਮਝਣ, ਇਹ ਗੱਲ ਦੀ ਉਹਨਾਂ ਨੂੰ ਅਸੀਂ ਆਪਣੇ ਪੋਲੀਟੀਕਲ ਜਾਂ ਜਰਨਲਿਸਟ ਐਕਸਪੀਰੀਅੰਸ ਤੋਂ ਗਾਰੰਟੀ ਦਿੰਦੇ ਹਾਂ ਜੀ ਕਿ ਜੋਗਿੰਦਰਪਾਲ ਜੀ ਦੇ ਫੜੇ ਜਾਣ ਨਾਲ ਕਾਂਗਰਸ ਨੂੰ ਜਿਹੜੀਆਂ ਵੋਟਾਂ ਪੈਣੀਆਂ ਜਾਂ ਨਹੀਂ ਪੈਣੀਆਂ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਤੁਸੀਂ ਚਿੰਤਾ ਛੱਡੋ ਜੀ, ਕੋਈ ਪਰਸੈਂਟੇਜ ਦਾ ਫਰਕ ਨਹੀਂ ਪੈਣਾ। ਹਾਂ, ਪਰ ਜੇ ਉਹ ਇਹ ਕਹਿ ਦਿੰਦੇ ਬਾਈ ਚਾਂਸ ਜੀ ਕਿ ਬਈ ਇਹੋ ਜਿਹੇ ਕਰਪਟ ਨੇਤਾ ਸਾਡੇ ਆਪਾਂ ਅਸੈਪਟ ਹੀ ਨਹੀਂ ਕਰਨੇ ਕਾਂਗਰਸ 'ਚ ਅੱਗੇ ਤੋਂ, ਤੇ ਅਸੀਂ ਵੀ ਇਸ ਕਰਪਸ਼ਨ ਦੇ ਖਿਲਾਫ ਲੜਾਈ 'ਚ ਸਰਕਾਰ ਦਾ ਜਾਂ ਕਿਸੇ ਵੀ ਏਜੰਸੀ ਦਾ ਸਾਥ ਦੇਵਾਂਗੇ, ਫਿਰ ਸ਼ਾਇਦ ਫਰਕ ਪੈ ਜਾਂਦਾ। ਐਗਜ਼ੈਕਟਲੀ, ਠੀਕ ਹੈ ਨਾ। ਤੇ ਹੁਣ ਉਹ ਕਹਿੰਦੇ ਪਏ ਨੇ ਕਿ ਬਈ ਸਾਡੇ ਨੇਤਾ ਬੇਕਸੂਰ ਨੇ। ਉਹਨਾਂ ਦੇ ਆਪਣੇ ਨੇਤਾ ਜੀ, ਐਕਸ CM ਕੈਪਟਨ ਸਾਹਿਬ ਜਾਖੜ ਸਾਹਿਬ, ਹੂ ਹੈਜ਼ ਬੀਨ ਅ ਕਾਂਗਰਸਮੈਨ, ਉਹ ਆਪ ਅਸੈਪਟ ਕਰ ਚੁੱਕੇ ਨੇ। ਉਹ ਕਹਿੰਦੇ ਜੀ ਇੱਥੇ ਕਰਪਸ਼ਨ ਚੱਲਦੀ ਵੀ ਇਸ ਕਰਕੇ ਕਾਂਗਰਸ ਪਾਰਟੀ ਨੇ ਆਪ CM ਨੂੰ ਹਟਾਇਆ ਜੀ ਕਿ ਪਰਫਾਰਮੈਂਸ ਨਹੀਂ ਸੀ, ਕਰਪਸ਼ਨ ਸੀ, ਮਾਫੀਆ ਸੀ ਜੀ। ਜਦ ਉਹ ਸਾਰਾ ਕੁਝ ਆਪ ਹੀ ਅਸੈਪਟ ਕਰ ਚੁੱਕੇ ਨੇ, ਰਾਜਾ ਵੜਿੰਗ ਨੇ ਆਪ ਕਿਹਾ ਕਿ ਕੁਝ ਨੇਤਾ ਕਰਪਸ਼ਨ 'ਚ ਇਨਵੋਲਵ ਸਨ ਜੀ, ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ। ਉਹ ਨੇਤਾ ਕਿਹੜੇ ਸਨ ਉਹ ਵੀ ਦੱਸ ਦਿਓ ਫਿਰ। ਬਿਲਕੁਲ ਸਰ। ਨਵਜੋਤ ਸਿੰਘ ਸਿੱਧੂ ਜੋ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਆ, ਅੱਜ ਕੱਲ੍ਹ ਜੇਲ੍ਹ ਦੇ ਵਿੱਚ ਹੈ, ਉਹ ਵੀ ਇਹ ਦਾਅਵਾ ਕਰਦੇ ਰਹੇ ਆ ਕਿ ਜੀ ਮੈਂ ਕੈਪਟਨ ਸਾਹਿਬ ਨੂੰ ਕਹਿੰਦਾ ਰਿਹਾ ਕਿ ਤੁਹਾਡੇ ਮੰਤਰਾਲੇ ਦੇ ਵਿੱਚ ਇਹ ਲੋਕ ਕਰਪਟ ਹੈਗੇ ਆ, ਤੇ ਕੈਪਟਨ ਸਾਹਿਬ ਨੇ ਉਹਦੇ ਤੇ ਕਾਰਵਾਈ ਨਹੀਂ ਕੀਤੀ, ਤਾਂ ਅਸੀਂ ਕੈਪਟਨ ਸਾਹਿਬ ਦਾ ਖਿਲਾਫਤ ਕਰਦੇ ਹਾਂ। ਬਿਲਕੁਲ ਬਿਲਕੁਲ। ਤੇ ਸਾਰੇ ਕਾਂਗਰਸੀ ਕਿਤੇ ਨਾ ਕਿਤੇ ਮੰਨ ਚੁੱਕੇ ਨੇ, ਤੇ ਜਿਹੜੇ ਅੰਦਰ ਜਾ ਰਹੇ ਨੇ ਉਹਨਾਂ ਨੇ ਵੀ ਕਦੀ ਕਿਹਾ ਹੋਣਾ ਕਿ ਦੂਜੇ ਕਰਪਟ ਨੇ, ਤੇ ਇਸ ਕਰਕੇ ਗੱਲ ਨੂੰ ਅੰਦਰ ਜਾਣ ਦਿਓ ਜੀ, ਇੱਕ ਹੋਰ ਨੇਤਾ ਨੂੰ ਅੰਦਰ ਜਾਣ ਦਿਓ। ਬਿਲਕੁਲ ਸਰ। ਸਰ, ਕੈਪਟਨ ਸਾਹਿਬ ਦੀ ਤੁਸੀਂ ਗੱਲ ਕੀਤੀ, ਕੈਪਟਨ ਸਾਹਿਬ ਨੇ ਭਾਈਵਾਲੀ ਦਿਖਾਈ ਹੈ BJP ਦੇ ਨਾਲ, ਚੋਣਾਂ ਲੜੀਆਂ ਪੰਜਾਬ ਦੇ ਵਿੱਚ, ਤੇ BJP ਦੇ ਹਮੇਸ਼ਾ ਨਾਲ ਖੜੇ ਨਜ਼ਰ ਆਏ, ਕਿਉਂਕਿ ਨੈਸ਼ਨਲਿਜ਼ਮ ਦੀ ਜਦੋਂ ਗੱਲ ਹੁੰਦੀ ਸੀ, ਉਹ ਚਾਹੇ ਕਾਂਗਰਸ ਦੇ ਵਿੱਚ ਵੀ ਰਹੇ ਤੇ ਉਦੋਂ ਵੀ ਉਹ ਨੈਸ਼ਨਲਿਜ਼ਮ ਦੇ ਏਜੰਡੇ ਨੂੰ ਸਭ ਤੋਂ ਉੱਪਰ ਰੱਖਿਆ ਉਹਨਾਂ ਨੇ। ਤੇ ਹੁਣ ਜਦੋਂ ਗੱਲ ਆਈ ਅਗਨੀਪਥ ਦੀ, ਤਾਂ ਉਹਨਾਂ ਨੇ BJP ਦੀ ਖਿਲਾਫਤ ਕਰਨ ਦੀ ਹਿਮਾਕਤ ਕੀਤੀ ਹੈ ਇੱਥੇ, ਕਿ ਉਹ ਕਹਿੰਦੇ ਕਿ ਅਗਨੀਪਥ ਦਾ ਮੈਂ ਵਿਰੋਧ ਕਰਦਾ। ਦੇਖੋ, ਇਹ ਹਿਮਾਕਤ ਨਹੀਂ ਹੈ ਜੀ, ਇਹ ਉਹਨਾਂ ਦਾ ਵਿਊ ਪੁਆਇੰਟ ਹੈ ਜੀ। ਦੇਖੋ, ਹੀ ਇਜ਼ ਐਨ ਐਕਸ ਆਰਮੀ ਮੈਨ, ਸੋ ਹਿਸ ਵਿਊਜ਼ ਸ਼ੁੱਡ ਬੀ ਰਿਸਪੈਕਟਡ। ਪਰ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਇਜ਼ ਨਾਟ ਅ ਮਿਲਟਰੀ ਐਕਸਪਰਟ
He was captain and he has been a politician for all his life. He was a royal. So he was part of that tradition ਜਿੱਥੇ ਰਾਇਲਸ ਆਰਮੀ ਚ ਜਾਂਦੇ ਸੀ ਤੇ ਉਹਦੇ ਵਿੱਚ ਸਰਵ ਕਰਦੇ ਸੀ, ਸਰਟਨ ਵੈਲਿਊ ਸਿਸਟਮ ਸਿੱਖਦੇ ਸੀ। ਹਰ ਰਾਇਲ ਫੈਮਿਲੀ, ਤੁਸੀਂ ਬ੍ਰਿਟਿਸ਼ ਰਾਇਲ ਫੈਮਿਲੀਜ਼ ਦੇਖ ਲਓ, ਉਹ ਸਾਰੀਆਂ ਆਰਮੀ ਚ ਸਰਵ ਕਰਦੀਆਂ ਨੇ ਤੇ ਇੰਡੀਅਨ ਰਾਇਲ ਫੈਮਿਲੀਜ਼ ਵੀ ਆਰਮੀ ਚ ਸਰਵ ਕਰਦੀਆਂ ਆਈਆਂ। ਇਸ ਤੋਂ ਇਹਦਾ ਟ੍ਰੈਡੀਸ਼ਨ ਕਿੱਥੋਂ ਆਇਆ? ਕਿਉਂਕਿ ਆਰਮੀ ਚ ਜਾ ਕੇ ਤੁਸੀਂ ਵੈਲਿਊ ਸਿਸਟਮ ਸਿੱਖਦੇ ਹੋ, ਇੱਕ ਡਿਸਪਲਿਨ ਸਿੱਖਦੇ ਹੋ, ਇੱਕ ਦੇਸ਼ ਭਗਤੀ ਆਉਂਦੀ ਹੈ, ਇੱਕ ਤੁਹਾਡੇ ਅੰਦਰ ਜਜ਼ਬਾ ਆਉਂਦਾ ਹੈ, ਰਾਈਟ, ਇੱਕ ਸੋਸਾਇਟੀ ਲਈ ਕੁਝ ਕਰਨ ਦਾ ਜਜ਼ਬਾ ਆਉਂਦਾ ਹੈ। ਉਹ ਸਾਰੀਆਂ ਚੀਜ਼ਾਂ ਤੁਸੀਂ ਆਰਮੀ ਸਿੱਖਦੇ ਹੋ। ਅੱਜ ਇਹ ਨਵੀਂ ਸਕੀਮ ਨੂੰ ਜੇ ਉਹ ਵਿਰੋਧ ਕਰਦੇ ਪਏ ਨੇ, ਮੈਂ ਪਰਸਨਲੀ ਆਈ ਡੋਂਟ ਐਗਰੀ ਵਿਦ ਹਿਮ ਕਿ ਬਈ ਹੀ ਇਜ਼ ਅ ਟ੍ਰੈਡੀਸ਼ਨਲਿਸਟ। ਉਹਨਾਂ ਨੂੰ ਲੱਗਦਾ ਜੋ ਸਾਡੇ ਟਾਈਮ ਤੇ ਸੀ ਬਸ ਉਹ ਹੀ ਵਧੀਆ ਸੀ, ਬਟ ਵਰਲਡ ਇਜ਼ ਚੇਂਜਿੰਗ ਐਟ ਅ ਵੈਰੀ ਫਾਸਟ ਪੇਸ। ਹੁਣ ਵਿਰੋਧ ਹੋ ਰਿਹਾ ਇਹਦੇ ਬਾਰੇ। ਮੈਨੂੰ ਇੱਕ ਦੱਸੋ ਕਿ ਕੀ ਆਰਮੀ ਰਿਕਰੂਟਮੈਂਟ ਗਰੰਟੀ ਪ੍ਰੋਗਰਾਮ ਹੈ ਕਿ ਬਈ ਜਿਹਨੂੰ ਨੌਕਰੀ ਨਹੀਂ ਮਿਲੀ ਉਹ ਆਰਮੀ 'ਚ ਜਾਏਗਾ? ਕੀ ਇਹ ਗੱਲ ਹੈ? ਤੁਹਾਨੂੰ ਇੱਕ ਪ੍ਰੋਸੈਸ ਦੇ ਥਰੂ ਜਾਣਾ ਹੈ। ਲੈਟਸ ਸੇ ਕਿ ਤੁਸੀਂ ਜੇ ਅੱਜ ਤੁਸੀਂ ਉਹਨੂੰ ਡਬਲ ਫਿਲਟਰੇਸ਼ਨ ਸਿਸਟਮ ਸਮਝ ਲਓ ਜੀ। ਤੁਸੀਂ ਅਜੇ ਤੱਕ ਸਿੰਗਲ ਸੀ ਨਾ ਕਿ ਤੁਸੀਂ ਟੈਸਟ ਦਿੰਦੇ ਸੀ, ਜਾਂਦੇ ਸੀ। ਹੁਣ ਤੁਸੀਂ 4 ਸਾਲ ਬਾਅਦ ਤੁਹਾਡੀ ਉਹਨਾਂ ਨੇ ਪਰਫਾਰਮੈਂਸ ਵੀ ਚੈੱਕ ਕਰਨੀ ਹੈ, ਉਸ ਤੋਂ ਬਾਅਦ ਜਿਹੜੇ ਬੈਸਟ ਨੇ ਉਹ ਰੱਖਣੇ ਨੇ। ਵਾਈ ਸ਼ੁੱਡ ਆਰਮੀ ਨਾਟ ਹੈਵ ਦੀ ਚੋਇਸ? ਸਾਡੀ ਆਰਮੀ ਕੀ ਦੁਨੀਆ 'ਚ ਬੈਸਟ ਨਹੀਂ ਹੋਣੀ ਚਾਹੀਦੀ? ਸਾਡੀ ਆਰਮੀ ਦੁਨੀਆ 'ਚ ਬੈਸਟ ਹੋਣੀ ਚਾਹੀਦੀ ਹੈ ਜੀ। ਸੈਕੰਡਲੀ, ਲੋਕੀ ਕਹਿੰਦੇ ਨੇ ਕਿ ਇਸ ਤੋਂ ਬਾਅਦ 4 ਸਾਲ ਬਾਅਦ ਬੰਦਾ ਕੀ ਕਰੇਗਾ? ਤੁਸੀਂ ਦੱਸੋ, 17 ਤੋਂ 21 ਸਾਲ ਦਾ ਨੌਜਵਾਨ ਜਦੋਂ 17 ਤੋਂ 21 ਦੇ ਵਿੱਚ ਉਹ ਕਾਲਜ 'ਚ ਹੁੰਦੇ ਨੇ ਜੀ, ਉੱਥੇ ਜ਼ਿਆਦਾ ਸਿੱਖਣਗੇ ਕਿ ਆਰਮੀ 'ਚ ਸਿੱਖਣਗੇ? ਉੱਥੇ 10ਵੀਂ ਦੇ ਬੱਚੇ ਨੂੰ 12ਵੀਂ ਦੀ ਸਰਟੀਫਿਕੇਟ ਮਿਲੇਗਾ ਕਿਉਂਕਿ ਉਹਨਾਂ ਦੀ ਪੜ੍ਹਾਈ ਕਰਾਈ ਜਾਏਗੀ। ਹਾਫ 4 ਸਾਲਾਂ 'ਚ ਤੁਸੀਂ ਅੱਧੀ ਡਿਗਰੀ ਦੇ ਸਾਰੇ ਜਿਹੜੇ ਪੁਆਇੰਟਸ ਹੁੰਦੇ ਨੇ, ਅੱਜ ਕੱਲ੍ਹ ਕ੍ਰੈਡਿਟ ਬੇਸ ਸਿਸਟਮ ਚੱਲਦਾ ਐਜੂਕੇਸ਼ਨ 'ਚ, ਉਹ ਤੁਹਾਨੂੰ ਮਿਲ ਜਾਣਗੇ। ਅੱਗੇ ਜਾ ਕੇ ਤੁਸੀਂ ਐਜੂਕੇਸ਼ਨ ਲਓ, ਤੁਸੀਂ ਆਲਰੇਡੀ ਫਿੱਟ ਹੋ ਗਏ, ਸਿਸਟਮ ਤੁਸੀਂ ਸਮਝ ਗਏ। ਕਈ ਰੋਲਸ ਤੁਹਾਨੂੰ ਵੈਸੇ ਹੀ ਆਸਾਨੀ ਨਾਲ ਮਿਲਣਗੇ, ਪ੍ਰੈਫਰੈਂਸ ਓਵਰ ਅਦਰਸ ਜੀ। ਫਿਰ ਜਿਹੜਾ ਬੈਸਟ ਹੋਏਗਾ ਸਾਡੀ ਆਰਮੀ ਨੂੰ ਮਿਲੇਗਾ। ਹੁਣ ਇਹ ਕਹਿੰਦੇ ਜੀ ਪੈਨਸ਼ਨ ਨਹੀਂ ਆ। ਆਰਮੀ ਦਾ ਕੰਮ ਜਾਂ ਦੇਸ਼ ਦੀ ਸਿਕਿਉਰਿਟੀ, ਇਟ ਇਜ਼ ਨਾਟ ਅਬਾਊਟ ਪੈਨਸ਼ਨ ਜੀ। ਜਿਹੜੇ 25% ਰੈਗੂਲਰਾਈਜ਼ ਹੋਣਗੇ ਉਹਨਾਂ ਨੂੰ ਤਾਂ ਮਿਲੇਗੀ ਨਾ, ਬਿਲਕੁਲ। ਬਾਕੀ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਉਹ ਇੱਕ ਟ੍ਰੇਨਿੰਗ, ਇੱਕ ਲਰਨਿੰਗ ਐਕਸਪੀਰੀਅੰਸ ਲੈ ਕੇ ਦੇਸ਼ ਭਗਤੀ ਕਰਨ ਦਾ, ਦੇਸ਼ ਸੇਵਾ ਕਰਨ ਦਾ ਇੱਕ ਮੌਕਾ ਸਮਝ ਕੇ ਉਹਨੂੰ ਕੀਤਾ ਜਾਵੇ। ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਡੀ ਆਰਮੀ ਨੂੰ ਯੂਥਫੁਲ ਰੱਖੇਗੀ, ਸਟਰੋਂਗ ਰੱਖੇਗੀ ਤੇ ਅਪਡੇਟਡ ਰੱਖੇਗੀ, ਬਿਲਕੁਲ। ਐਂਡ ਇਟ ਇਜ਼ ਨਾਟ ਐਨ ਐਕਸਪੈਰੀਮੈਂਟ। ਅੱਜ ਦੀ ਟਾਈਮ ਦੇ ਵਿੱਚ ਕਈ ਇਹੋ ਜਿਹੇ, ਆਪਾਂ ਇਜ਼ਰਾਈਲ ਦੀ ਗੱਲ ਕਰਦੇ ਹਾਂ, ਸਿੰਗਾਪੁਰ ਦੀ ਗੱਲ ਕਰ ਲਈਏ, ਅਸੀਂ ਫਰਾਂਸ ਦੀ ਗੱਲ ਕਰ ਲਈਏ, ਕਈ ਆਰਮੀਜ਼ ਨੇ ਜਿਹੜੀਆਂ ਇਸ ਪੈਟਰਨ ਤੇ ਚੱਲਦੀਆਂ ਪਈਆਂ। ਸ਼ਾਰਟ ਸਰਵਿਸ ਕਮਿਸ਼ਨ ਸਾਡੇ ਇੱਥੇ ਹੈਗਾ ਸੀ, ਉਹ ਅਫਸਰਾਂ ਲਈ ਸੀ, ਹੁਣ ਇਹ ਸਿਪਾਹੀਆਂ ਲਈ ਵੀ ਆ ਗਿਆ। ਜਿਹੜੇ ਨਾਨ ਕਮਿਸ਼ਨਡ ਆਫਿਸਰਸ ਨੇ ਜਾਂ ਇੱਕ ਸਰਟਨ ਰੈਂਕ ਤੋਂ ਨਾਨ ਕਮਿਸ਼ਨਡ ਜਿਹੜੇ ਵੀ ਰੋਲ ਹੈਗੇ ਨੇ, ਹੁਣ ਉਹਦੇ 'ਚ ਵੀ ਆ ਗਿਆ ਜੀ। ਹੁਣ ਉਹ ਕਮਿਸ਼ਨਡ ਆਫਿਸਰ ਦਾ ਕੰਮ ਟੂ ਲੀਡ ਹੁੰਦਾ ਹੈ। ਇੱਥੇ ਉੱਥੇ ਸ਼ਾਰਟ ਸਰਵਿਸ ਕਮਿਸ਼ਨ 7 ਸਾਲ ਦਾ ਹੋ ਗਿਆ। ਇੱਥੇ ਐਨੀਵੇ ਆਰਮੀ ਪਰਸਨ ਦੀ ਜਿਹੜੀ ਲੈਂਥ ਹੈ ਸਰਵਿਸ ਦੀ, ਕਿਉਂਕਿ ਯੰਗ ਆਰਮੀ ਰੱਖਣੀ ਹੁੰਦੀ ਆ। ਤੁਸੀਂ ਸੋਚੋ ਨਾ, ਪਹਿਲਾਂ ਹੀ ਇੱਕ ਸਰਟਨ ਏਜ ਉਹਨਾਂ ਦੀ ਰਿਟਾਇਰਮੈਂਟ ਦੀ ਬਹੁਤ ਪਹਿਲੇ ਜੀ। ਜਿਹੜੇ ਸਿਪਾਹੀ ਨਾਨ ਕਮਿਸ਼ਨਡ ਰੈਂਕ ਦੇ ਲੋਕੀ ਹੁੰਦੇ ਨੇ ਜੀ, ਉਹਦੇ ਪੈਰਲਲੀ ਜਿਹੜਾ ਉਹਨਾਂ ਦਾ ਸ਼ਾਰਟ ਸਰਵਿਸ ਕਮਿਸ਼ਨ, ਇਹਨੂੰ ਤੁਸੀਂ ਸਮਝ ਲਓ, ਦੈਟ ਇਜ਼ ਫॉर 4 ਇਅਰਸ, ਬਿਲਕੁਲ। ਦੂਜੀ ਗੱਲ ਤੁਸੀਂ ਇਹ ਸੋਚੋ, ਮੈਂ ਇਹਦੇ ਵਿੱਚ ਟੇਕਿੰਗ ਇਟ ਅਵੇ ਕਿ ਜੋ ਪ੍ਰੋਟੈਸਟ ਹੋ ਰਹੇ ਨੇ, ਤੁਸੀਂ ਵੇਖੋ ਕਿੰਨੇ ਸਿੰਕਰੋਨਾਈਜ਼ਡ ਹੋ ਰਹੇ ਨੇ। ਹਰ ਇੱਕ ਨਵੀਂ ਚੇਂਜ ਇੰਡੀਆ 'ਚ ਜੋ ਆਣੀ ਚਾਹ ਰਹੀ ਹੈ, ਉਹਦੇ ਅਗੇਂਸਟ ਪ੍ਰੋਟੈਸਟ ਕੀਤੇ ਜਾ ਰਹੇ ਨੇ ਵਿਦਆਊਟ ਅੰਡਰਸਟੈਂਡਿੰਗ। ਹਜੇ ਤਾਂ ਇੰਪਲੀਮੈਂਟ ਹੀ ਨਹੀਂ ਹੋਈ। ਐਕਸਟਰਾ ਜੌਬਸ ਹੀ ਮਿਲਦੀਆਂ ਪਈਆਂ ਨੇ ਨਾ। ਉਸ ਤੋਂ ਬਾਅਦ ਤੁਸੀਂ ਦੱਸਿਓ ਕਿ ਆਰਮੀ ਨੇ ਤਾਂ ਆਪਣੀ ਰਿਕੁਆਇਰਮੈਂਟ ਡਿਫਾਈਨ ਕਰਨੀ ਹੈ ਕਿ ਅਸੀਂ ਇੰਨੇ ਬੰਦੇ ਰੱਖਣੇ ਨੇ, ਸਾਨੂੰ ਇੰਨੇ ਲੋਕਾਂ ਦੀ ਲੋੜ ਹੈ। ਉਸ ਫੁਲਫਿਲਮੈਂਟ ਤੋਂ ਪਿੱਛੇ ਨਹੀਂ ਜਾ ਰਹੇ, ਰਾਈਟ। ਇੱਕ ਐਡੀਸ਼ਨਲ ਟਾਸਕ ਫੋਰਸ ਲੈ ਕੇ, ਉਹ ਇੱਕ ਐਡੀਸ਼ਨਲ ਜਿਹੜੇ ਅਗਨੀਵੀਰ ਲੈ ਕੇ ਇੱਕ ਨਵਾਂ ਉਹ ਕਾਡਰ ਤਿਆਰ ਕਰਦੇ ਪਏ ਨੇ ਜੀ। ਤੇ ਇੱਕ ਡੀਸੈਂਟ ਸੈਲਰੀ, 10ਵੀਂ ਪਾਸ ਬੱਚੇ ਨੂੰ 30,000 ਤੋਂ ਸ਼ੁਰੂ ਹੋ ਕੇ 40,000 ਤੱਕ ਦੀ ਸੈਲਰੀ ਮਿਲ ਰਹੀ ਹੈ ਜੀ, ਰਾਈਟ, ਵਿਚ ਇਜ਼ ਮੋਰ ਦੈਨ ਅ ਸਿਪਾਹੀ ਜਿਹੜਾ ਟ੍ਰੈਡੀਸ਼ਨਲ ਫਾਰਮ 'ਚ ਹੈਗਾ। ਉਸ ਤੋਂ ਬਾਅਦ ਜਦੋਂ ਨਿਕਲਦਾ ਹੈ, ਉਹ ਰਫਲੀ 12 ਲੱਖ ਰੁਪਏ 13 ਲੱਖ ਰੁਪਏ ਲੈ ਕੇ ਨਿਕਲਦਾ ਪਿਆ ਜੀ। ਸਰਟਨ ਸਕਿੱਲ ਲੈ ਕੇ ਨਿਕਲਦਾ ਪਿਆ, ਸਰਟਨ ਫਿਟਨੈਸ ਲੈਵਲ ਲੈ ਕੇ ਨਿਕਲਦਾ ਪਿਆ, ਸਰਟਨ ਓਪਰਚੁਨਿਟੀਜ਼ ਲੈ ਕੇ ਨਿਕਲਦਾ ਪਿਆ। ਜੇ ਮੈਂ ਵੇਖੋ, ਮੈਂ ਬਿਲਕੁਲ ਇਹਦੀ ਬਲਾਈਂਡ, ਇੱਕ ਚੀਜ਼ ਮੈਨੂੰ ਇਹ 'ਚ ਕੁਐਸਚਨ ਮੈਂ ਕਰਨਾ ਚਾਹੂੰਗਾ ਕਿ ਸਿਲੈਕਟ ਤੇ 25% ਹੋਣੇ ਜੀ, ਜਿਹੜੇ 75% ਨੇ ਉਹਨਾਂ ਤੇ ਕਿਤੇ ਰਿਜੈਕਟਰ ਦਾ ਟੈਗ ਨਾ ਲੱਗੇ। ਇਸ ਚੀਜ਼ ਨੂੰ ਮੈਨੇਜ ਕਿਵੇਂ ਕਰਨਾ ਜੀ, ਕਿ ਜਿਹੜੇ 75% ਰਹਿ ਜਾਣਗੇ, ਹਾਊ ਆਰ ਦੇ ਸੀਨ? that is one thing that needs to be managed. ਉਹਨਾਂ ਦਾ ਐਗਜ਼ਿਟ ਇੰਨਾ ਰਿਸਪੈਕਟੇਬਲ ਹੋਣਾ ਚਾਹੀਦਾ ਕਿ ਉਹਨਾਂ ਲਈ ਹੋਰ ਤੇ ਹੋਰ ਓਪਰਚੁਨਿਟੀਜ਼ ਆਣ, ਟੂ ਹੈਵ ਅ ਫੇਅਰ ਬੈਲੈਂਸ ਅਬਾਊਟ ਇਟ। ਹਰ ਚੀਜ਼ 'ਚ 100% ਚੀਜ਼ਾਂ ਨੇ ਸਹੀ ਨਹੀਂ ਹੁੰਦੀਆਂ। ਤੇ ਦੂਜੀ ਗੱਲ ਹੈ, ਤੁਸੀਂ ਇਹਨੂੰ ਇੰਪਲੀਮੈਂਟ ਹੋਣ ਦਿਓ ਜੀ, ਰਾਈਟ। ਉਹਦੇ ਇਹ ਵੀ ਹੋ ਸਕਦਾ ਕਿ ਉਹਦੇ ਲਈ ਇੱਕ ਕੋਟਾ ਹੋਵੇ, ਜਿਵੇਂ ਪੁਲਿਸ ਦੇ ਵਿੱਚ ਹੁੰਦਾ ਹੈ ਜਾਂ ਹੋਰ ਵੀ ਅਦਾਰਿਆਂ ਦੇ ਵਿੱਚ ਇੱਕ ਕੋਟਾ ਨਿਰਧਾਰਿਤ ਕੀਤਾ ਜਾਵੇ ਕਿ ਜਿਹੜੇ 75% ਲੋਕ ਉੱਥੋਂ ਆਉਂਦੇ ਆ ਤਾਂ ਉਹਨਾਂ ਨੂੰ ਇਸ ਜਗ੍ਹਾ ਤੇ ਉਹਨਾਂ ਨੂੰ, ਦੇਖੋ, ਕੋਟਾ ਵੁੱਡ ਨਾਟ ਬੀ ਦੀ ਰਾਈਟ ਵਰਡ। ਤੁਹਾਨੂੰ ਉਹਨਾਂ ਨੂੰ ਪ੍ਰੈਫਰੈਂਸ਼ੀਅਲ ਅਸੈਸਮੈਂਟ
ਇਹ ਦੇਣੀ ਚਾਹੀਦੀ ਹੈ। ਵੇਖੋ ਸਰਟਨ ਸਕਿੱਲ ਉਹਨਾਂ ਨੇ ਐਕਵਾਇਰ ਕਰ ਹੀ ਲੈਣੇ ਆ, ਉਹ ਸਰਟਨ ਰੋਲ ਨਹੀਂ ਤੁਹਾਨੂੰ ਵੈਸੇ ਹੀ ਬੈਟਰ ਪ੍ਰਿਪੇਅਰ ਕਰ ਦੇਣਗੇ। ਜਦੋਂ ਅਸੀਂ ਕੋਟਾ ਸਿਸਟਮ ਚਾਹੁੰਦੇ ਹਾਂ, ਫਿਊਚਰ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਜਾਂਦਾ ਹੈ। ਇਸ ਕਰਕੇ ਜੇ ਕਿਸੇ ਦੇ ਲੈਟਸ ਸੇ ਕਿ ਉਸ ਤੋਂ ਬਾਅਦ ਦੂਜੀਆਂ ਫੋਰਸਸ ਨੇ ਜਿਹੜੀਆਂ ਪੈਰਾਮਿਲਟਰੀ ਫੋਰਸਸ ਨੇ, ਜਿਸ ਬੰਦੇ ਨੇ 4 ਸਾਲ ਆਰਮੀ 'ਚ ਕੰਮ ਕੀਤਾ, ਦੈਟ ਪਰਸਨ ਇਜ਼ ਬੈਟਰ ਪ੍ਰਿਪੇਅਰਡ ਟੂ ਵਰਕ ਓਵਰ ਦੇਅਰ। ਉਹਦੇ ਅਗਲੇ ਟ੍ਰੇਨਿੰਗ ਕਾਸਟ ਘੱਟ ਆਣਗੇ, ਉਹ ਪਹਿਲੇ ਦਿਨ ਤੋਂ ਤੁਹਾਡੇ ਲਈ ਕੰਮ ਕਰ ਪਾਏਗਾ, ਤੇ ਲੋਕੀ ਆਪਣੇ ਆਪ ਨੂੰ ਪ੍ਰਿਪੇਅਰ ਕਰਨਗੇ। ਇਹ ਕਹਿੰਦੇ ਜੀ ਕੀ ਕਰਨਗੇ 4 ਸਾਲ ਤੋਂ ਬਾਅਦ, ਅਚਾਨਕ ਥੋੜਾ ਇੱਕ ਦਿਨ ਉਹਨਾਂ ਨੂੰ ਯਾਦ ਆਏਗਾ ਅੱਛਾ ਕੱਲ ਤੋਂ ਤੇ ਅਸੀਂ ਜਾਣਾ ਹੀ ਨਹੀਂ ਹੈ, ਇਸ ਤਰ੍ਹਾਂ ਥੋੜਾ ਹੋਏਗਾ। ਉਹਨੂੰ ਪਤਾ ਹੋਏਗਾ ਮੇਰਾ ਲਾਸਟ ਈਅਰ ਹੈ, ਉਹਦੇ ਟ੍ਰਾਂਜੀਸ਼ਨ ਦੇ ਵਿੱਚ ਆਰਗੇਨਾਈਜੇਸ਼ਨ ਆਰਮੀ ਉਹਦੀ ਹੈਲਪ ਕਰੇਗੀ, ਸਰਟਨ ਓਪਰਚੁਨਿਟੀਜ਼ ਲਈ ਅਪਲਾਈ ਕਰਨਗੇ, ਸਰਟਨ ਫਲੈਕਸੀਬਿਲਿਟੀ ਹੋਣਗੀਆਂ। ਤੇ ਮੈਨੂੰ ਲੱਗਦਾ ਹੈ ਕਿ ਇਸ ਸਕੀਮ ਨੂੰ ਭਾਰਤ ਨੂੰ ਸਾਡੇ ਲੋਕਾਂ ਨੂੰ ਇੱਕ ਵਾਰੀ ਡੈਫੀਨੇਟਲੀ ਇਟ ਸ਼ੁੱਡ ਬੀ ਗਿਵਨ ਅ ਸ਼ਾਟ। ਮੈਨੂੰ ਲੱਗਦਾ ਹੈ ਕਿ ਇਹ ਲੌਂਗ ਟਰਮ ਦੇ ਵਿੱਚ ਬਹੁਤ ਬੈਨੀਫੀਸ਼ੀਅਲ ਰਹੇਗੀ ਸਾਡੀ ਸੈਨਾ ਨੂੰ ਹੋਰ स्ट्रॉन्ग, एजाइल ਤੇ यंग रखने ਚ। सर, भारतीयों का स्विस बैंक में जो चर्चा रहती है कि स्विस बैंक में ब्लैक मनी बहुत भारतीयों की है, तो पिछले साल भी 2021 में जो 30,000 करोड़ से ज़्यादा की अनुमानित राशि स्विस बैंकों में गई है, तो क्या उसको ब्लैक मनी माना जाए या ब्लैक मनी बढ़ रही है भारत में? देखो, आपका जो पहला सवाल है कि क्या इसे ब्लैक मनी माना जाए, ये ब्लैक मनी नहीं है। सन 2018 में भारतीय गवर्नमेंट और स्विस गवर्नमेंट के बीच में ये टाइप हुआ है कि जो भी मनी इंडियन ओरिजिन की या इंडियन लोग वहाँ पे डिपॉजिट करेंगे, इंडियन सिटीजन स्विट्जरलैंड में, उसकी इंफॉर्मेशन इंडियन गवर्नमेंट को दी जाएगी। तो ये 30,000 करोड़ तो वो मनी नहीं है। अब इसमें पिछले 2 साल से गिरावट आ रही थी क्योंकि इकोनॉमी डाउन थी, और ये उन लोगों का पैसा है जो अपनी सर्टन सेविंग्स और सर्टन मनी स्विट्जरलैंड में एक सर्टन रिस्क फ्री रखना चाह रहे हैं या वहाँ की इन्वेस्टमेंट अपॉर्चुनिटीज़ में लगाना चाह रहे हैं। पर ब्लैक मनी ये उसको अकाउंट नहीं करता जो अगर इंडियंस या इंडियन पॉलिटिशियन, जैसे पनामा पेपर केस हुआ था, जो किसी और एंटिटी के थ्रू वहाँ पे पैसा डिपॉजिट करा रहे हो, राइट, जहाँ किसी और असेट के थ्रू वहाँ पे वो पैसा डिपॉजिट करा रहे हो, तो उसकी अकाउंटिंग इसके अंदर नहीं आती है। तो ये इंडिकेटर से क्लियरली पता नहीं चल सकता कि ब्लैक मनी बढ़ रही है या कम हो रही है। और मेरे को ये लगता है कि एटलीस्ट ये जो ट्रांसपेरेंसी आई है, जो स्विस बैंक्स ने भी ट्रांसपेरेंसी शुरू की है, स्पेशली काफ़ी दुनिया के डिक्टेटर्स, पॉलिटिशियंस जो अपनी ब्लैक मनी होती है वो स्विट्जरलैंड में डिपॉजिट कराते थे, और आज जो इंटरनेशनली जो ट्रांसपेरेंसी लाने की जिम्मेदारी सब पे बढ़ी है, उसके कारण ये करना थोड़ा मुश्किल हो गया है। तो इट्स ए गुड थिंग कि गवर्नमेंट आज उनसे इंफॉर्मेशन ले पा रही है, जो भी पैसा वहाँ पे जाता है एटलीस्ट हमें पता है कौन वो पैसा जमा करा रहे हैं। पर इसकी मैकेनिज्म को और बेटर करने की ज़रूरत है कि अब अगर आप देखेंगे स्विट्जरलैंड के इन बैंकों में इंडिया का अगर रफली 30,000 करोड़ है, तो यूके का सबसे ज़्यादा पैसा लगा हुआ जी, यूके के सिटीजन्स का, पर दे आर ऑल वैलिड डिपोजिशंस। अब उन्होंने पैसे कमाए कैसे हैं ये नहीं हमें पता, पर उन्होंने वो चीज़ वाइट में ही की हुई है। तो अब कोशिश ये होनी चाहिए कि और भी बड़ी, अब स्विट्जरलैंड के अलावा और बड़ी कंट्रीज हैं जो टैक्स फ्री हेवंस बोलते हैं, जिन्हें टैक्स हेवंस बोलते हैं, जहाँ पे शेल कंपनीज बना के जो इंडियन पॉलिटिशियंस हैं और कई बिजनेसमैन जो करप्ट तरीके से पैसे बना रहे हैं, वो अपने पैसों की ट्रांजैक्शन करते हैं। तो गवर्नमेंट को जो पैसा इंडिया से बाहर जा रहा है उसको ट्रैक करने के लिए और मजबूत सिस्टम बनाने पड़ेंगे। जी सर, एक ऐसी करप्शन की हमने बात की, तो एक सीबीआई ने केस दर्ज किया है, सीएम है अशोक गहलोत जो राजस्थान के, उनके भाई पे केस दर्ज हुआ है। ये भी पॉलिटिकल वेंडेटा है, क्या कह सकते हो? अगर कांग्रेस का नेता कोई करप्शन में पकड़ा जा रहा है तो ये तो पॉलिटिकल वेंडेटा है, वो तो बेचारे कुछ करते ही नहीं जी। मतलब कि और किया भी क्या है, जो हमारे गरीब किसानों के लिए सब्सिडी पे जो यूरिया आना था, उसका जो उसके ऊपर जो सब्सिडी मिलनी थी वो उन्होंने क्लेम कर ली, वो भी तो हमारे गरीब भाई हैं वो नेता, और वो सब्सिडी लेके वो सऊदी अरेबिया वगैरह अदर कंट्रीज में फुल रेट पे, इंडस्ट्रियल रेट पे उसको बेच दिया। तो भारत सरकार को भी चूना लगा दिया और गरीब किसानों को भी चूना लगा दिया। तो ये करप्शन कहाँ से हुई? तो सीबीआई तो बिल्कुल पॉलिटिकल वेंडेटा कर रही है, और सीएम देखो, कांग्रेस के सीएम तो बिल्कुल दूध के धुले होते हैं। तो अब मैं इसके बारे में क्या कहूँ, है ना? ये तो जनता खुद ही समझदार है कि कितना बोले। हर पार्टी देखो कांग्रेस की दुश्मन बनी हुई है जी, उनके हर नेता को पकड़ना चाह रही है, तो लोग अपने आप फिर कांग्रेस छोड़ के जाएंगे ना। बिल्कुल सर। हाँ सर, कारण भी यही है कि पिछले 70 साल में देश ने इतनी तरक्की की है, तभी की है। बिल्कुल जी। मुद्दों पे चर्चा करने के लिए हमारे साथ हैं विशाल जी। सर, इंटरनेशनल मुद्दों की अगर बात करें तो इंटरनेशनली जो हो रहा है यूक्रेन और रशिया के बीच में, उसी बीच रिपोर्ट्स आ रही हैं कि रशिया के जो 15,000 से ज़्यादा मिलेनियर्स हैं वो रशिया छोड़ना चाहते हैं। देखो,
जहाँ पे भी अनसर्टेनिटी होगी, लड़ाई होगी, मिलेनियर्स वहाँ से अमीर आदमी अपने आप को रिस्क फ्री करने की कोशिश करता है। ऊपर से यूएस और यूरोप ने जो रशिया से रिलेटेड जो भी अमीर लोग थे उनके असेट्स को जब्त करना शुरू किया हुआ है। तो और अब रशियन प्लेयर्स को भी विंबलडन से भी बैन कर दिया गया। विंबलडन की अगर मैं बात करूं, देखो ये यूके में होता है, राइट। जब यूएस ने इराक के अंदर असांज जो विकी लीक से पता चला था कि उन्होंने सिविलियंस को मारा, कितने अत्याचार किए, जो जो चीज़ें उन्होंने की हैं, तो अमेरिका के प्लेयर्स को क्यों नहीं बैन किया जाता। और आज अगर विंबलडन को किसी को बैन करना है तो यूएस के प्लेयर्स को बैन करना चाहिए, क्योंकि लड़ाई की असली जड़ तो यूएस की वजह से है जी। मेरा सिंपल सा सवाल है, अगर आज अमेरिका, और मैं प्रैक्टिकली बता दूं, यूक्रेन ने कभी नेटो का मेंबर बनना भी नहीं है, ये आप देख लीजिएगा। अगर आज यूएस ये सिंपल सी बात ये बोल दे कि हम ये एश्योरेंस देते हैं कि यूक्रेन विल नेवर बी पार्ट ऑफ नेटो, तो ये लड़ाई आज खत्म हो सकती है जी। तो यूएस ये स्टेटमेंट क्यों नहीं दे रहा है? यूएस क्यों हथियार सप्लाई कर रहा है? अगर मैं आपसे पूछूं कि यूएसए की कितनी स्टेट्स हैं? अबाउट 50 सर। 50 स्टेट्स हैं। यूनाइटेड स्टेट्स ऑफ अमेरिका सर यही मानते हैं। मेरे को लगता है कि इनकी ज्यादा स्टेट्स हैं। यूके भी पार्ट ऑफ यूएसए ही है। जर्मनी, फ्रांस, दे आर नॉट इंडिपेंडेंट कंट्रीज, दे एक्ट लाइक दे आर पार्ट ऑफ यूएसए। इनकी कोई सॉवरेन पॉलिसी नहीं है। आप जर्मनी का देख लीजिए, वो अपने लोगों के लिए उनके नेता क्या कर रहे हैं। उनके लिए इट वॉज मेकिंग सेंस कि रशिया से एनर्जी इंपोर्ट की जाए, पास है, चीप एनर्जी थी। सेकेंड भी उनकी एक कनेक्टिविटी पाइपलाइन बन रही थी। यूएसए के कारण उन्होंने पहले भी पाइपलाइन डिसमेंटल कर रहे हैं, दूसरी तो बिल्कुल ही रोक दी। तो इसका मतलब आप किसके हित में काम कर रहे हैं? जर्मनी के लोगों के कि यूएसए के? सेम यूके, नो इंडिपेंडेंट स्टांस एवर, सेम फ्रांस। हालांकि फ्रांस के प्रेसिडेंट ने बोला कि अब हमें पुतिन के साथ बैठ के यूक्रेन पे नेगोशिएट करना ही पड़ेगा, क्योंकि ये लड़ाई अब उनके घर के पास हो रही है जी। डेंजर उन लोगों के लिए बढ़ रहा है। आज इस लड़ाई, यूएसए की इस लड़ाई का आप देखिए, रशिया ने एग्रेशन किया है, लोग मर रहे हैं, यूक्रेन पूरा का पूरा बर्बाद हो चुका है। पता नहीं कितने साल लगेंगे उसे रीबिल्ड करने में, कितने लोग बीमारी से मर रहे हैं। आप देखो, जहाँ पे पानी की सप्लाई, इंफ्रास्ट्रक्चर खत्म हो जाता है, दवाइयाँ नहीं मिल रही हैं। ये तो कुछ भारत जैसे देश हैं जो वहाँ पे अनाज और वहाँ पे दवाइयाँ ला रहे हैं। पूरी दुनिया में यूक्रेन वॉज द ब्रेड बास्केट ऑफ द वर्ल्ड। आज वहाँ पे लड़ाई के कारण पूरी जगह पे महंगाई हो रही है। खाने की महंगाई सबसे ज़्यादा किसको चुभती है? गरीब लोगों को। गरीब लोगों को चुभती है सबसे ज़्यादा, आम लोगों को चुभती है। दवाइयों की किल्लत, हर चीज़ महंगी हो रही है। तो इसका कॉस्ट तो पूरी दुनिया झेल रही है, और अमेरिका के भी गरीब लोग झेल रहे हैं जी। क्योंकि अमेरिका की जो पॉलिसी है वो अनफेयर है। आप कैसे एक दूसरी कंट्री की सिक्योरिटी थ्रेट कैसे बन सकते हैं आप जी। तो मेरे को ये लगता है इस लड़ाई, फ्रेंच प्रेसिडेंट ने एक पते की बात बोली है बड़ी मुश्किल से, तो उनको पुतिन के साथ बैठ के अब यूक्रेन के सोल्यूशन पे नेगोशिएशंस करने की जरूरत है, अदरवाइज ये प्रॉब्लम बढ़ती रहेगी। सर, लड़ाई की बात हम कर रहे थे, चर्चा काफ़ी टाइम से हो रही थी, तो यूएस का क्या रोल रहा वो हम हमेशा चर्चा करते हैं। क्या होना चाहिए था, इस पे अगर आज बात की जाए? देखो, मैं वही बात बोली है मैंने अभी कि यूएसए कुड हैव, पहली तो बात आपने इंस्टिगेट की, उनके कुछ ऑब्जेक्टिव थे, और यूएसए बिल्कुल नहीं हिचकिचाता है कि उसके कारण कहीं पे आग लगे, देश बर्बाद हो जाएं, लोग मर जाएं। उनको अपने गोल्स अचीव करने होते हैं। उनका गोल ये था कि जो यूरोपियन कंट्रीज हैं वो थोड़ा सा यूनाइटेड स्टेट्स ऑफ अमेरिका की स्टेट्स बनने की बजाय इंडिपेंडेंट कंट्रीज बनने की कोशिश कर रही थी। वो अपने लोगों की नीड्स को ऊपर रख रही थी, वो एनर्जी को डाइवर्सिफाई कर रही थी, वो कई बातों पे यूएसए से डिसएग्री करना शुरू हो गई थी। तो रशिया ने समहाउ थ्रू यूक्रेन में अपनी एक प्रेसिडेंट बिठा के उसके साथ रशिया को एंटागोनाइज किया। रशिया ने यूक्रेन पे, उनको पता था यूक्रेन पे अटैक करेगा, क्योंकि इतना बड़ा थ्रेट कोई भी देश ले नहीं सकता। जब रशिया अटैक करेगा तो वो बोलेंगे, देखो मैंने तो आपको पहले बोला था रशिया आपका दुश्मन है, मैं बैठा हूं आपको बचाने के लिए। अब ये 4-5 चीजें आप कर दो, और जो मैं बोलता हूं उसकी हाँ में हाँ मिलाना शुरू कर दो। बिल्कुल। सो दैट वाज द होल माइंडसेट। तो ये यूएसए का रोल रहा है, और जो यूरोपियन कंट्रीज हैं उन्होंने अपनी इंडिपेंडेंट पॉलिसीज नहीं निभाई हैं। पूरे देश की हर कंट्री को इंडिपेंडेंटली सोचना चाहिए, अपने देश के लोगों के लिए और पूरी दुनिया के लोगों के लिए सोचना चाहिए। तो इसी उम्मीद के साथ और मुद्दे लेके आएंगे और इश्यूज़ पे बात करेंगे, इनसाइट्स देखेंगे। शुक्रिया सर। देखते रहिए पंजाब टुडे का प्रोग्राम इनसाइट्स विद विशाल सूद।